सतनाम श्री वाहिगुरु साहिब जीओ। हथ वेसवा वर्णन जाप तप व्रत बित अवध जस विद्या सुकुल उदार। शीघ्र कटै गन का सगल जैसे तथा कुठार। जाप तप व्रत बित अवध जस। वाहिगुरु जी का खालसा वाहिगुरु जी की फतेह। 12वें अध्याय ਦੀ ਵਿਚਾਰ ਆਪਾਂ ਕਰ ਰਹੇ ਸੀ। 8 ਛੰਦ ਹੋ ਚੁੱਕੇ ਆ, ਜਿਸ ਦੇ 12ਵੇਂ ਅਧਿਆਏ ਵਿੱਚ 7 ਵਿਸ਼ਿਆਂ ਦਾ ਪੰਡਿਤ ਹਰਦਿਆਲ ਜੀ ਜਿਹੜੇ ਆ ਕਥਨ ਕਰ ਰਹੇ ਹੈ। ਤੇ ਉਹੀ ਆਪਾਂ ਵਿਚਾਰ ਕਰ ਰਹੇ ਹਾਂ। ਆਸ ਕਹੀਏ ਹੁਣ ਵੇਸਵਾ ਕਹੀਏ ਜੋ ਚਰਿੱਤਰਹੀਣ ਮਾਈ ਹੈ, ਜੋ ਆਪਣੇ ਆਚਰਣ ਤੋਂ ਡਿੱਗੀ ਹੋਈ ਔਰਤ ਹੈ, ਉਸ ਦਾ ਨਾਂ ਵੇਸਵਾ ਹੁੰਦਾ ਹੈ। ਆਥ ਕਹੀਏ ਹੁਣ ਵੇਸਵਾ ਚਰਿੱਤਰਹੀਣ ਆਪਣੇ ਆਚਰਣ ਤੋਂ ਡਿੱਗੀ ਹੋਈ ਔਰਤ ਨਾਲ ਸੰਬੰਧ ਬਣਾਉਣ ਤੋਂ ਹੋਣ ਵਾਲੇ ਨੁਕਸਾਨ ਦਾ ਸਮਾਜ ਵਿੱਚ ਕਲੰਕਿਤ ਹੋਣ ਦਾ ਵਰਣਨ ਕਰਦੇ ਹੈ। ਜਿਹੜੀ ਵੇਸਵਾਗਾਮੀ ਹੋਣਾ, ਉਹਦੇ ਨਾਲ ਕਿੰਨਾ ਨੁਕਸਾਨ ਹੈ ਇਹ ਵਰਣਨ ਕਰਦੇ ਹੈ। ਸਮਾਜ ਵਿੱਚ ਕਲੰਕ ਲੱਗ ਜਾਂਦਾ ਹੈ ਜਦੋਂ ਪਰ ਇਸਤਰੀ ਗਮਨ ਕਰਨਾ ਹੈ। ਗੁਰੂ ਘਰ ਵਿੱਚ ਇਸ ਨੂੰ ਬੱਜਕ ਰਹਿਤ ਦਾ ਨਾਮ ਦਿੱਤਾ ਗਿਆ ਹੈ। ਜਪ ਤਪ ਬ੍ਰਤ ਬਿਤ ਅਵਧ ਜਸ। ਜਪ ਕਹੀਏ ਕੋਈ ਜਪ ਕਰਨਾ ਕਿਸੇ ਮੰਤਰ ਦਾ, ਮੰਤਰਾਂ ਦਾ ਕੀਤਾ ਹੋਇਆ ਜਾਪ। ਤਪ ਕਹੀਏ ਤਪੱਸਿਆ ਕੀਤੀ ਹੋਈ ਸਰੀਰ ਧਾ ਕੇ। ਬ੍ਰਤ ਫਿਰ ਵਰਤ ਆਦਿਕ ਰੱਖਣੇ, ਨਿਯਮ ਨੇਮ ਰੱਖਣੇ। ਜਿਹੜਾ ਕੋਈ ਵੀ ਨੇਮ ਰੱਖਣਾ, ਜਿਵੇਂ ਆਪਣਾ ਨਿਤਨੇਮ ਹੀ ਹੈ, ਇਹ ਨੇਮ ਅਨੁਸਾਰ ਕਰਦੇ ਨਾ ਆਪਾਂ। ਇਸ ਤਰ੍ਹਾਂ ਨਿਤਨੇਮ, ਬ੍ਰਤ, ਨਿਯਮ। ਬਿਤ ਕਹੀਏ ਧਨ, ਅਵਧ ਕਹੀਏ ਉਮਰ, ਜਸ ਕਹੀਏ ਵਡਿਆਈ। ਵਿਦਿਆ ਸੁਕੁਲ ਉਦਾਰ। ਵਿਦਿਆ ਕੋਈ ਵੀ ਹੁਨਰ ਵਾਲਾ। ਫਿਰ ਸੁਕੁਲ, ਸੋ ਕਹੀਏ ਸ੍ਰੇਸ਼ਟ, ਕੁਲ ਕਹੀਏ ਕੁਲ, ਸ੍ਰੇਸ਼ਟ ਕੁਲ ਜਾਂ ਚੰਗੀ ਕੁਲ। ਅਤੇ ਉਦਾਰ ਕਹੀਏ ਸ੍ਰੇਸ਼ਟਤਾਈ। ਆਦਿ ਇਤਿਆਦਿਕ, ਇਹ ਤੋਂ ਆਦਿ ਜਿਹੜੇ ਚੰਗੇ ਸ਼ੁਭ ਗੁਣ ਹਨ ਜੋ ਵੀ ਹੈ। ਹਾਂਜੀ। ਸ਼ੀਘਰ ਕੱਟੈ ਗਨ ਕਾ ਸਕਲ। ਇਹਨਾਂ ਸਕਲ ਕਹੀਏ ਸਭਨਾਂ ਨੂੰ, ਇਹ ਸ਼ੁਭ ਗੁਣਾਂ ਨੂੰ, ਇਹ ਚੰਗੀਆਂ ਆਦਤਾਂ ਨੂੰ, ਜਿਹੜੀ ਗਣਕਾ ਵੇਸਵਾ ਹੈ, ਚਰਿੱਤਰਹੀਣ ਔਰਤ ਹੈ, ਆਪਣੇ ਆਚਰਣ ਤੋਂ ਡਿੱਗੀ ਹੋਈ ਬਜ਼ਾਰੂ ਔਰਤ। ਪੰਡਿਤ ਹਰਦਿਆਲ ਜੀ ਕਹਿੰਦੇ ਹੈ ਉਹ ਸ਼ੀਘਰ ਕਹੀਏ ਛੇਤੀ ਹੀ, ਕੱਟਿਆ ਕਹੀਏ ਕੱਟ ਦਿੰਦੀ ਹੈ ਇਹਨਾਂ ਗੁਣਾਂ ਨੂੰ। ਕਿ ਕਿਸ ਤਰ੍ਹਾਂ ਅੱਗੇ ਪ੍ਰਮਾਣ ਦਿੰਦੇ, ਜੈਸੇ ਲਤਾ ਕੁਠਾਰ। ਜੈਸੇ ਕਹੀਏ ਜਿਸ ਤਰ੍ਹਾਂ ਲਤਾ ਕਹੀਏ ਵੇਲ ਆ, ਉਸ ਵੇਲ ਨੂੰ ਜਿਵੇਂ ਕੁਠਾਰ ਕੇ ਕੁਹਾੜਾ ਬੜੀ ਛੇਤੀ ਨਾਲ ਹੀ ਕੱਟ ਦਿੰਦਾ, ਕਿਉਂਕਿ ਜਿਹੜੀ ਲਤਾ ਕੋਮਲ ਹੁੰਦੀ ਹੈ, ਸ਼ੁਭ ਗੁਣ ਕੋਮਲ ਆ। ਵੇਸਵਾ ਮਾਨੋ ਕੁਹਾੜੇ ਦੀ ਨਿਆਈ, ਕੁਹਾੜੀ ਹੈ ਇੱਕ ਤਿੱਖੀ। ਐਵੇਂ ਹੀ ਜੋ ਮਨੁੱਖ ਵੇਸਵਾਗਾਮੀ ਹੋ ਜਾਂਦੇ, ਉਹਦਾ ਜਪ ਤਪ ਵੀ ਜਾਂਦਾ ਰਹਿੰਦਾ, ਨਾਸ ਹੋ ਜਾਂਦਾ। ਸਾਰੇ ਰੱਖੇ ਹੋਏ ਵਰਤ ਨਿਯਮ ਉਹ ਵੀ ਭੰਗ ਹੋ ਜਾਂਦੇ, ਨਿਤਨੇਮ ਖਤਮ ਹੋ ਜਾਂਦੇ, ਸੰਜਮ ਧਨ ਵੀ ਖਤਮ ਹੋ ਜਾਂਦਾ ਉਹਦਾ। ਵਿਕਾਰਾਂ ਨੂੰ ਭੋਗਣ ਵਾਲੇ ਮਨੁੱਖ ਦੀ ਉਮਰ ਵੀ ਘੱਟ ਜਾਂਦੀ ਹੈ। ਸਰੀਰ ਦੀ ਕਮਜ਼ੋਰੀ ਹੋ ਜਾਂਦੀ। ਕਾਮ ਕ੍ਰੋਧ ਕਾਇਆ ਕੋਈ ਗੱਲ ਹੈ, ਕਾਮੀ ਜ਼ਿਆਦਾ ਰਹਿੰਦਾ ਅਤੇ ਲੋਕ ਅਪਮਾਨ ਵੀ ਕਰਦੇ ਹਨ। ਸਮਾਜ ਵਿੱਚ ਮਨੁੱਖ ਜਿਹੜਾ ਮੂੰਹ ਦਿਖਾਉਣ ਦੇ ਯੋਗ ਵੀ ਨਹੀਂ ਰਹਿੰਦਾ। ਜਾਮਲ ਦੇਖੋ ਕਿੰਨਾ ਪੜ੍ਹਿਆ ਸੀ, ਵਿੱਦਿਆ ਜਿਹੜੀ ਹੈ ਪੂਰਾ ਮਾਹਰ ਸੀ, ਉਹ ਵਿੱਦਿਆ ਵੀ ਨਾਸ ਹੋ ਜਾਂਦੀ, ਉਸੇ ਮੱਤ ਮਾਰੀ ਜਾਂਦੀ ਹੈ। ਵੇਸਵਾ ਜਿਹੜੀ ਮਨੁੱਖ ਦੀ ਚੰਗੀ ਕੁਲ ਆ ਅਤੇ ਉਹਦੀ ਸ੍ਰੇਸ਼ਟਤਾਈ, ਉਦਾਰਤਾਈ ਆ, ਉਹਨੂੰ ਇਹ ਮੋਢੋਂ ਹੀ ਪੁੱਟ ਕੇ ਰੱਖ ਦਿੰਦੀ। ਇਸ ਲਈ ਸਮਾਜ ਅੰਦਰ ਮਨੁੱਖ ਨੂੰ
ਵੇਸਵਾਗਾਮੀ ਨਹੀਂ ਹੋਣਾ ਚਾਹੀਦਾ, ਇਹਦਾ ਤਿਆਗ ਕਰਨਾ ਚਾਹੀਦਾ, ਇਹੀ ਸ੍ਰੇਸ਼ਟ ਹੈ। ਕਿਉਂਕਿ ਵੇਸਵਾ ਇੱਕ ਬਲਦੀ ਹੋਈ ਅਗਨੀ ਦਾ ਕੁੰਡ ਹੈ ਮਾਨੋ, ਜਿਸ ਦਾ ਸੁੰਦਰ ਸਰੂਪ ਬਾਲਣ ਦੀ ਨਿਆਈ, ਸੁੰਦਰ ਰੂਪ ਮਾਨੋ ਬਾਲਣ ਆ, ਅਤੇ ਵੇਸਵਾ ਮਾਨੋ ਅਗਨੀ ਦਾ ਕੁੰਡ ਆ, ਜਿਸ ਵਿੱਚ ਕਾਮੀ ਮਨੁੱਖ ਆਪਣਾ ਤਾਨ, ਧਰਮ, ਜੋਬਨ, ਅਵਸਥਾ, ਅਰੋਗਤਾ, ਸਰੀਰ ਜਿਹੜਾ ਨਿਰੋਗ ਹੋਣਾ, ਉਮਰ, ਫਿਰ ਬਲ ਵਾਲੇ ਹੋਣਾ, ਸੋ ਜਸ, ਪਾਠ, ਪੂਜਾ, ਭਜਨ, ਸਿਮਰਨ, ਦਾਨ ਪੁੰਨ ਆਦਿ ਸਭ ਗੁਣਾਂ ਦਾ ਹਵਨ ਕਰ ਦਿੰਦੇ, ਸਭ ਕੁਝ ਹੀ ਮਨੁੱਖ ਗਵਾ ਲੈਂਦਾ। ਵੇਸਵਾ ਭਾਵੇਂ ਇੱਥੇ ਲਿਖਿਆ ਹੈ, ਪਰ ਵੇਸਵਾ ਦਾ ਅਰਥ ਇੱਥੇ ਇਹੋ ਲਾ ਲਓ ਪਾਰ ਇਸਤਰੀਗਮ। ਹਾਂਜੀ, ਕਿਉਂਕਿ ਉਹ ਆਪਾਂ ਜਿਹੜਾ ਹੈ ਪੜ੍ਹੀ ਲਿਆ ਵੀ ਇਹ ਗਣਕਾ ਲਿਖੀ ਹੈ ਨਾ, ਉਹਦੇ ਕਰਕੇ ਵੇਸਵਾ ਸ਼ਬਦ ਲੈ ਲਿਆ। ਮਤਲਬ ਇੱਥੇ ਇਹੀ ਪਰ ਇਸਤਰੀ ਦਾ ਹੀ ਲਾ ਲੈਣਾ। ਪਰ ਇਸਤਰੀ ਗਮਨ ਕਰਨ ਵਾਲੇ ਸਾਰੇ ਗੁਣ ਜਾਂਦੇ ਰਹਿੰਦੇ। ਪਰ ਇਸਤਰੀ ਗਮਨ ਕਰਨਾ ਬੱਜਰ ਕਰੈਤ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੱਜਰ ਕਰੈਤ ਇਹਨੂੰ ਆਖਿਆ। ਠੀਕ ਹੈ ਜੀ। ਜਪ ਵੀ ਚਲਿਆ ਜਾਂਦਾ, ਤਪ ਵੀ, ਬ੍ਰਤ ਨਿਯਮ, ਹਾਂਜੀ, ਬ੍ਰਤ ਜਿਹੜੇ ਰੱਖਦੇ ਵੀ ਅੰਨ ਨਹੀਂ ਖਾਣਾ, ਇਕਾਦਸ਼ੀ ਦਾ, ਸੰਗਰਾਂਦ, ਪੂਰਨਮਾਸ਼ੀ ਆਦਿ ਜਿਹੜੇ ਦਿਨਾਂ ਵਿੱਚ ਕਿ ਭੋਜਨ ਨਹੀਂ ਮੈਂ ਖਾਣਾ, ਇਹ ਵਰਤ ਬੁਰਤ ਵੀ ਸਭ ਖਤਮ ਹੋ ਜਾਂਦੇ। ਧਨ ਵੀ, ਅਵਧ ਉਮਰ ਵੀ, ਜਸ ਵੀ, ਵਿਦਿਆ ਵੀ, ਸ੍ਰੇਸ਼ਟ ਕੁਲਤਾ ਵੀ, ਉਦਾਰਤਾ ਵੀ, ਸੀਗਰ ਕਟੇ ਗਨਕਾ ਸਗਲ, ਇਹਨਾਂ ਸਾਰਿਆਂ ਨੂੰ ਬੜੀ ਛੇਤੀ ਕੱਟ ਦਿੰਦੀ ਆ ਬਦ ਚਲਣ ਇਸਤਰੀ। ਜੈਸੇ ਲਤਾ ਕੁਠਾਰ, ਹਾਂਜੀ, ਬਦ ਚਲਣ ਇਸਤਰੀ ਜਾਂ ਬੇਗਾਨੀ ਇਸਤਰੀ, ਪਰ ਇਸਤਰੀ। ਜਿਸ ਤਰ੍ਹਾਂ ਲਤਾ ਕਹੀਏ ਜਿਹੜੀ ਵੇਲ ਆ, ਵੇਲਾਂ ਨੂੰ ਜਿਹੜਾ ਕੁਠਾਰ ਕਹੀਏ, ਕੁਹਾੜਾ ਜਾਂ ਕੁਹਾੜੀ ਆ, ਉਹ ਆਰਾਮ ਨਾਲ ਕੱਟ ਦਿੰਦੀ ਬਿਨਾਂ ਕਿਸੇ ਯਤਨ ਦੀ, ਆਪਣਾ ਮੂੰਹ ਮੋੜੇ ਤੋਂ। ਸੋ ਇਹ ਪਰ ਇਸਤਰੀ ਗਮਨ ਨਹੀਂ ਕਰਨਾ। ਦੋਹਰਾ ਸੁਰਾ, ਮਾਸ, ਗਨਕਾ, ਤ੍ਰਿਤੀ, ਐਬ ਦੋਸ਼ ਵਿਕਾਰਾਂ ਦਾ ਮੇਲ ਕਰਨ ਦਾ ਫਲ ਇਸ ਦੋਹਰੇ ਵਿੱਚ ਦੱਸਣਗੇ। ਸੁਰਾ ਕਹੀਏ ਸ਼ਰਾਬ ਦਾ ਪੀਣਾ, ਮਾਸ ਕਹੀਏ ਮਾਸ ਦਾ ਖਾਣਾ, ਅਤੇ ਗਨਕਾ ਕਹੀਏ ਵੇਸਵਾ ਨਾਲ, ਬਜ਼ਾਰੂ ਔਰਤ ਨਾਲ, ਪਰ ਇਸਤਰੀ ਨਾਲ, ਬੇਗਾਨੀ ਇਸਤਰੀ ਨਾਲ, ਪਦ ਚਲਣ ਇਸਤਰੀ ਨਾਲ, ਆਚਰਨ ਤੋਂ ਡਿੱਗੀ ਹੋਈ ਇਸਤਰੀ ਨਾਲ, ਅਥਵਾ ਪਰ ਇਹਦਾ ਸਾਰਿਆਂ ਦਾ ਅਰਥ ਇੰਨਾ ਹੀ ਆ ਵੀ ਪਰ ਇਸਤਰੀ ਗਮਨ ਕਰਨ ਨਾਲ, ਵੇਸਵਾ ਦੇ ਨਾਲ ਵਿਸ਼ੇ ਭੋਗਣੇ। ਤ੍ਰਿਤੀ ਕਹੀਏ ਇਹ ਜਿਹੜੀਆਂ ਤ੍ਰਿਤੀ ਕਹੀਏ ਤਿੰਨੇ ਚੀਜ਼ਾਂ, ਹਾਂਜੀ, ਮਨ ਕਾ, ਮਨ ਕਾ ਜਾਸ, ਮਨ ਕਾ, ਮਨ ਕਾ ਜਾਸ, ਜਾਸ ਕਹੀ ਜਿਸ ਮਨੁੱਖ ਦੇ ਇਹ ਮਨ ਦਾ ਮਣਕਾ ਹੀ ਬਣ ਚੁੱਕੀਆਂ, ਜਿਹਨੇ ਮਣਕਾ ਹੀ ਬਣਾਇਆ ਹੋਇਆ ਸ਼ਰਾਬ ਪੀਣੀ, ਮਾਸ ਖਾਣਾ ਅਤੇ ਵਿਸ਼ੇ ਭੋਗਣੇ ਪਰਾਈਆਂ ਇਸਤਰੀਆਂ ਨਾਲ, ਹਾਂਜੀ, ਭਾਵੇਂ ਮਣਕੇ ਵਾਂਗ ਮਨ ਵਿੱਚ ਜਿਹਨੇ ਪਰੋਏ ਹੋਏ ਤਿੰਨੇ ਔਗਣ, ਇਹਨਾਂ ਦੀ ਸਦਾ ਮਾਲਾ ਫੇਰਦਾ ਰਹਿੰਦਾ, ਭਾਵੇਂ ਇਹਨਾਂ ਦੀ ਜਿਤਵਨੀ ਵਿੱਚ ਲੱਗਾ ਹੀ ਰਹਿੰਦਾ। ਕਦੀ ਸ਼ਰਾਬ ਮਿਲ ਜੇ, ਕਦੀ ਮਾਸ ਖਾ ਲਾਂ, ਕਦੀ ਗਨਕਾ ਦਾ ਜਿਹੜਾ ਹੈ ਉਹ ਮੈਂ ਵਿਸ਼ੇ ਭੋਗ ਲਾਂ, ਜਿਹਦੇ ਮਨ ਦਾ ਮਣਕਾ ਹੀ ਬਣ ਗਏ ਹੈ। ਤਿੰਨ ਸੰਗੇ ਦੁੱਖ ਹੋਤ ਹੈ, ਤਿੰਨ ਕਹੀਏ ਤਿੰਨਾਂ ਦੇ ਸੰਗੇ ਕਹੀਏ ਸਾਥ, ਭਾਵ ਇਹਨਾਂ ਨਾਲ ਪ੍ਰੀਤੀ ਕਰਨ ਕਰਕੇ ਜਿਹੜਾ ਦੁਖੀ ਹੋਤ ਕਹੀਏ ਹੁੰਦਾ, ਦੁੱਖ ਹੀ ਪ੍ਰਾਪਤ ਹੁੰਦਾ ਹੈ। ਤਿੰਨ ਸੰਗੇ ਦੁੱਖ ਨਾਸ, ਅਤੇ ਤਿੰਨ ਕਹੀਏ ਤਿੰਨਾਂ ਨਾਲੋਂ ਸੰਗੇ ਕਹੀਏ ਸੰਗਣ ਸੰਕੋਚ ਕੀਤਿਆਂ ਦੁੱਖ ਨਾਸ ਹੋ ਜਾਂਦੇ। ਇਸ ਲਈ ਇਸ ਦਾ ਤਿਆਗ ਕਰਨਾ ਹੀ ਯੋਗ ਹੈ। ਤਿੰਨ ਸੰਗੇ ਦੁੱਖ ਹੋਤ, ਇਹਨਾਂ ਤਿੰਨਾਂ ਚੀਜ਼ਾਂ ਨਾਲ ਮਿਲਦਿਆਂ ਦੁੱਖ ਹੁੰਦਾ, ਅਤੇ ਤਿੰਨ ਸੰਗੇ ਕਹੀਏ ਇਹਨਾਂ ਤੋਂ ਸੰਗਣ ਨਾਲ ਸੰਕੋਚ ਕੀਤਾ ਦੁੱਖ ਨਾਸ ਹੋ ਜਾਂਦਾ। ਦੇਖੋ ਸ਼ਬਦ ਇੱਕੋ ਹੀ ਆ, ਸੰਗੇ ਸੰਗੇ, ਅਰਥ ਜਿਹੜਾ ਬਦਲ ਜਾਣਾ। ਕਈ ਕਹਿੰਦੇ ਨਾ ਵੀ ਅਰਥ ਇੱਕੋ ਹੀ ਹੁੰਦਾ,
ਇੱਕ ਸ਼ਬਦ ਦਾ। ਹੁਣ ਇੱਥੇ ਆ ਕੇ ਦੱਸਣ ਕੀ ਅਰਥ ਹੁੰਦਾ। ਤਿੰਨ ਸੰਗੇ ਦੁੱਖ ਹੋਤ, ਤਿੰਨ ਕਹੀਏ ਇਹਨਾਂ ਦਾ ਜਾਂ ਤਿੰਨਾਂ ਦੇ, ਸੰਗੇ ਕਹੀਏ ਸਾਥ। ਹਾਂਜੀ, ਨਾਲ ਜਿਹੜਾ ਸੰਗੇ ਕਹੀਏ ਸੰਗੇ ਦਾ ਦੁੱਖ ਹੁੰਦਾ ਹੈ ਬੰਦੇ ਨੂੰ। ਸ਼ਰਾਬ ਪੀਤਿਆਂ ਮਾਸ ਖਾਦਿਆਂ ਗਣਕਾ ਵੇਸਵਾਗਾਮੀ ਹੋਇਆਂ, ਤਿੰਨ ਸੰਗੇ ਦੁੱਖ ਨਾਸ। ਹਾਂਜੀ, ਅਤੇ ਤਿੰਨ ਸੰਗੇ ਕਹੀਏ ਇਹ ਇਹਨਾਂ ਤਿੰਨਾਂ ਤੋਂ ਸੰਗ ਕੀਤਿਆਂ, ਸੰਗਣ ਕੀਤਿਆਂ, ਸੰਕੋਚ ਕੀਤਿਆਂ ਦੁੱਖ ਨਾਸ ਹੋ ਜਾਂਦਾ, ਖਾਤਮਾ ਹੋ ਜਾਂਦਾ। ਆ ਵਿਕਾਰਾਂ ਤੋਂ ਮਨੁੱਖ ਬਚਿਆ ਰਹਿੰਦਾ। ਦੋਹਰਾ ਕੁਲ ਖੈ ਕਲ ਹੈ ਕਲੇਸ਼ ਔਰ ਤਨ ਹੱਥ ਧਰਮ ਪਰਹਾਰ। ਤੁਸੀਂ ਦੋਹਰੇ ਅੰਦਰ ਪਰਾਈ ਇਸਤਰੀ ਨਾਲ ਜਿਹੜਾ ਮੇਲ ਕਰਨ ਦਾ ਫਲ ਆ, ਉਹ ਪੰਡਿਤ ਹਰਦਿਆਲ ਜੀ ਬੜੇ ਸੋਹਣੇ ਢੰਗ ਨਾਲ ਦੋਹਰੇ ਦੇ ਵਿੱਚ ਦੱਸਣਗੇ। ਹਾਂਜੀ, ਮਾਨੋ ਜਿਹੜੇ ਦੋ ਦੋਹਰੇ ਇੱਥੇ ਇਤੀ ਵੇਸਿਆ, ਇਤੀ ਕਹੀਏ ਇੱਥੇ ਵੇਸਿਆ ਜਿਹੜੀ ਹੈ ਪਰ ਇਸਤਰੀ ਹੈ, ਜਾਂ ਇਹ ਵੇਸਵਾ ਗਣਕਾ ਬਜ਼ਾਰੂ ਔਰਤ, ਉਹਦਾ ਪ੍ਰਕਰਨ ਇਤੀ ਕੇ ਸਮਾਪਤ ਹੁੰਦਾ। ਭਾਵੇਂ ਕਿਤੇ ਵੇਸਵਾ ਦਾ ਹੀ ਕਥਨ ਹੈ, ਆਪਣੇ ਕੋਲੋਂ ਅਸੀਂ ਥੋੜ੍ਹਾ ਮਾਤੜ ਤਾਂ ਗਿਆ ਵੀ ਪਰ ਇਸਤਰੀ ਗਣਕਾ ਇੱਕ ਬਰਾਬਰ ਹੀ। ਇਹ ਨਹੀਂ ਕੋਈ ਆਖੇ ਵੀ ਉਹ ਉੱਥੇ ਬਜ਼ਾਰੂ ਦੀ ਇਸਤਰੀ ਦੀ ਗੱਲ ਕੀਤੀ ਅਤੇ ਵੀ ਉਹਦੀ ਕਿਹੜੀ ਗੱਲ ਹੈ, ਆਪਾਂ ਦੇ ਜਿਹੜੇ ਹੈ ਪਰ ਇਸਤਰੀ ਕਰ ਸਕਦੇ ਹਾਂ ਗਮਨ। ਨਾ, ਇੱਥੇ ਸਭ ਵਰਜਿਤ, ਇੱਥੇ ਸਭ ਵਰਜਿਤ ਹੈ, ਵਰਜਿਆ ਹੋਇਆ। ਹਾਂਜੀ, ਅਤੇ ਇਹ ਜਿਹੜਾ ਸ਼ਬਦ ਦੋਹਰਾ ਕੁਲ ਖੈ, ਕਈ ਥਾਂ 'ਤੇ ਪਾਠ ਖੱਖੇ ਤੋਂ ਇਲਾਵਾ ਇਕੱਲਾ ਹੀ ਖੈ ਕਰ ਦਿੱਤਾ, ਪਰ ਸ਼ੁੱਧ ਪਾਠ ਖੱਖਾ ਹੀ ਆਈ ਆ। ਉਚਾਰਨ ਵਿੱਚ ਖੱਖੇ ਤੋਂ ਇਲਾਵਾ ਲਾ ਕੇ ਖੈ ਹੀ ਬੋਲਣਾ, ਸ਼ੁੱਧ ਪਾਠ ਖੱਖਾ ਹੀ ਆਈ ਆ। ਅਤੇ ਖੱਖੇ ਤੋਂ ਇਲਾਵਾ ਪਾਠ ਕਈ ਥਾਂ 'ਤੇ ਲਿਖਿਆ, ਇਹ ਦੂਸਰਾ ਪਾਠ ਸਮਝ ਲਓ, ਮੁੱਖ ਪਾਠ ਖੱਖਾ ਹੀ ਆਈ ਆ ਜੀ। ਕੁਲ ਖੈ ਕਲ ਹੈ ਕਲੇਸ਼ ਔਰ, ਭਾਵ ਇੱਥੋਂ ਵੀ ਅਥ ਪਰ ਨਾਰੀ ਨਿਸ਼ੇਧ ਵਰਣਨ। ਕਈ ਗ੍ਰੰਥਾਂ ਵਿੱਚ ਐਵੇਂ ਵੀ ਲਿਖਿਆ ਵੀ ਅਥ ਕਹੀਏ ਹੁਣ, ਪਰ ਕੋਈ ਪਰਾਈ ਨਾਰੀ ਜਿਹੜੀ ਇਸਤਰੀ ਦਾ ਨਿਸ਼ੇਧ ਕਹੀਏ, ਖੰਡਨ ਨਿਸ਼ੇਧੀ, ਵਰਣਨ ਕਹੀਏ ਕਥਨ ਕਰਦੇ ਹਾਂ, ਕਥਨ ਕਰਦੇ ਹੈ ਪੰਡਿਤ ਹਰਦਿਆਲ ਜੀ। ਕੁਲ ਖੈ ਕਲ ਹੈ ਕਲੇਸ਼ ਔਰ, ਦੋਹਰਾ ਵਿੱਚ ਲਿਖਦੇ ਆ ਕਿ ਪਰਾਈ ਇਸਤਰੀ ਨਾਲ ਪਰ ਇਸਤਰੀ ਗਮਨ ਕਰਨ ਨਾਲ, ਸੰਗ ਕਰਨ ਨਾਲ ਵਿਸ਼ੇ ਭੋਗਣ ਤੋਂ ਜੋ ਨੁਕਸਾਨ ਹੁੰਦਾ। ਕਵੀ ਜੋ ਵਰਣਨ ਕਰਨ ਲੱਗੇ ਇਸ ਵਿੱਚ ਕਿ ਪਰਾਈ ਇਸਤਰੀ ਦੇ ਨਾਲ ਸੰਬੰਧ ਬਣਾਉਣ ਕਰਕੇ ਮਨੁੱਖ ਦੀ ਆਪਣੀ ਜਿਹੜੀ ਕੁਲ ਆ, ਹਾਂਜੀ, ਉਹ ਵੀ ਖੈ ਕਹੀਏ ਨਾਸ ਹੋ ਜਾਂਦੀ। ਕੁਲ ਖੈ, ਕੁਲ ਨਾਸ ਹੋ ਜਾਂਦੀ। ਇੱਕ ਤਾਂ ਇਹ ਹੋ ਗਿਆ। ਫਿਰ ਦੂਸਰਾ ਕਲ ਹੈ, ਫਿਰ ਆਪਣੇ ਪਰਿਵਾਰ ਸੰਬੰਧੀਆਂ ਸਮਾਜ ਨਾਲ ਅਤੇ ਜਿਹੜੀ ਖੇਹ ਖਾਣੀ, ਇਹਦੇ ਕਰਕੇ ਵੀ ਕਲਹ ਕਹੀਏ, ਕਲਹ ਹੁੰਦੀ ਰਹਿੰਦੀ, ਲੜਾਈ ਪਈ ਰਹਿੰਦੀ। ਹਾਂਜੀ, ਕਲੇਸ਼ ਔਰ, ਫਿਰ ਮਨੁੱਖ ਦੇ ਆਪਣੇ ਔਰ ਕਹੀਏ ਹਿਰਦੇ ਅੰਦਰ ਵੀ ਸਦਾ ਕਲੇਸ਼ ਹੀ ਪਿਆ ਰਹਿੰਦਾ ਕਿ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਜਾਂ ਕੋਈ ਬਿਮਾਰੀ ਨਾ ਲੱਗ ਜਾਵੇ। ਹਾਂਜੀ, ਕਦੇ ਧੋਖਾ ਹੀ ਨਾ ਹੋ ਜਾਵੇ। ਇਸ ਤਰ੍ਹਾਂ ਹੋਰ ਕਈ ਹਿਰਦੇ ਵਿੱਚ ਕਲੇਸ਼ ਦੁੱਖ ਹੀ ਹੁੰਦਾ ਰਹਿੰਦਾ, ਸੰਤਾਪ ਹੀ ਹੁੰਦਾ ਰਹਿੰਦਾ। ਤਿੰਨ ਚੀਜ਼ਾਂ ਹੋ ਗਈਆਂ, ਧਨ ਹੱਥ ਅਤੇ ਫਿਰ ਪਰਾਈ ਇਸਤਰੀ ਨੂੰ ਜਿਹੜਾ ਹੈ ਧਨ ਨੂੰ ਵੀ, ਜਿਹੜੀ ਹੱਥ ਕਹੀਏ ਨਾਸ ਕਰਨ ਵਾਲੀ, ਧਨ ਵੀ ਜਿਹੜਾ ਨਾ ਹੱਥ ਕਹੀਏ ਨਾਸ ਹੁੰਦਾ ਹੈ, ਕਿਉਂਕਿ ਇੱਛਾ ਪੂਰੀਆਂ ਕਰਨੀਆਂ ਹੁੰਦੀਆਂ ਮਨੁੱਖ ਨੇ। ਜਿੱਥੇ ਝੂਠਾ ਮੋਹ ਪੈ ਜੇ। ਇਹ ਕੁਲ ਖੈ ਕਲ ਹੈ ਕਲੇਸ਼ ਔਰ, ਧਿਆਨ ਹੱਥ, ਚਾਰ ਹੋ ਗਏ। ਅਤੇ ਧਰਮ ਪਰਹਾਰ, ਅਤੇ ਧਰਮ ਨੂੰ ਹੀ ਪਰਹਾਰ ਕਹੀਏ ਨਾਸ ਕਰਨ ਵਾਲੀ, ਭਾਵ ਮਨੁੱਖ ਧਰਮ ਤੋਂ ਵੀ ਹੀਣਾ ਕਰ ਦਿੰਦੀ ਹੈ। ਅਤੇ ਉਹ ਮਨੁੱਖ ਦਾ ਧਰਮ 'ਤੇ ਵੀ ਪਰ ਕਹੀਏ ਭਲੀ ਪ੍ਰਕਾਰ ਹਾਰ ਕਹੀਏ ਹਾਰਨਾ ਹੁੰਦਾ ਧਰਮ ਤੋਂ ਵੀ। ਅਤੇ ਪਰਹਾਰ ਕਹੀਏ ਵਾਰ, ਧਰਮ 'ਤੇ ਵੀ ਵਾਰ ਹੁੰਦਾ। ਅਤੇ ਧਰਮ ਵੀ ਕਹੀਏ
ਪਰ ਕਹੀਏ ਵਿਸ਼ੇਸ਼ ਕਰਕੇ ਧਰਮ ਤੋਂ ਵੀ ਹਾਰ ਜਾਂਦਾ ਹੈ। ਧਰਮ ਵੀ ਪ੍ਰਹਾਰ ਕਹੀਏ ਨਾਸ ਹੋ ਜਾਂਦਾ ਹੈ। ਇਹ ਤੁਤ ਆਪ ਜਸ ਲੁਭਤ ਸਾਠ ਇਹ ਤੁਤ ਫਿਰ ਇੱਥੇ ਏਤ ਕਹੀਏ ਇੱਥੇ ਤੇ ਉਤ ਕਹੀਏ ਉੱਥੇ। ਭਾਵ ਏਤ ਕਹੀਏ ਲੋਕ ਉਤ ਕਹੀਏ ਪਰਲੋਕ। ਲੋਕ ਪਰਲੋਕ ਵਿੱਚ ਐਸੇ ਲੁਭਤ ਕਹੀਏ ਲੁਭਾਏ ਮਾਨ, ਸਾਠ ਕਹੀਏ ਮੂਰਖ ਪੁਰਖ ਦਾ ਆਪ ਜਸ ਨਰਾਦਰ ਹੀ ਹੁੰਦਾ ਹੈ। ਉੱਥੇ ਕੋਈ ਬੈਠਣ ਨੂੰ ਨਹੀਂ ਕਹਿੰਦਾ ਕਿ ਆਓ ਬੈਠੋ, ਉੱਥੇ ਸਗੋਂ ਨਰਾਦਰ ਹੀ ਹੁੰਦਾ, ਕੇਸਾਂ ਤੋਂ ਫੜਦੇ ਧੂੰਦੇ। ਇਹ ਤੁਤ ਆਪ ਜਸ ਲੁਭਤ ਸਾਠ, ਮੂਰਖ ਦਾ ਲੋਕ ਪਰਲੋਕ ਵਿੱਚ ਹਾਂਜੀ ਆਪ ਜਾਸ ਹੀ ਹੁੰਦਾ ਹੈ। ਜੋ ਭੋਗਤ ਪਰ ਨਾਰ, ਕੌਣ? ਜੋ ਕਈ ਜਿਹੜਾ ਪਰ ਗਈ ਪਰਾਈ ਨਾਰ ਕਈ ਇਸਤਰੀ ਨਾਲ ਵਿਸ਼ੇ ਭੋਗਣਾ ਕਰਦਾ। ਉਹਦੀ ਕੋਈ ਵਡਿਆਈ ਨਹੀਂ, ਇੱਥੇ ਵੀ ਮੂੰਹ ਮਾਂ ਕਾਲਾ ਕਰੀ ਫਿਰਦੇ ਹੈ, ਖੋਤਿਆਂ ਦੇ ਪਾ ਕੇ ਲਈ ਫਿਰਦੇ ਹੈ। ਅਗਲੇ ਪਾਸੇ ਵੀ ਇਹੋ ਹੀ ਹਾਲ ਜਿਹੜਾ ਪਰਲੋਕ ਵਿੱਚ ਵੀ ਹੁੰਦਾ। ਇਹ ਤੁਤ ਆਪ ਜਸ ਲੁਭਤ ਸਾਠ। ਇੱਥੇ ਉੱਥੇ ਆਪ ਜਾਸੀ ਸਾਠ ਕੇ ਮੂਰਖ ਦਾ ਹੁੰਦਾ ਹੈ। ਜੋ ਲੁਭਤ ਕਹੀ, ਜੋ ਇੱਥੇ ਲੁਭਾਏ ਮਾਨ ਰਹਿੰਦਾ ਇਹਨਾਂ ਕੰਮਾਂ ਵਿੱਚ, ਉਸ ਸਾਠ ਕੇ ਮੂਰਖ ਦਾ ਆਪ ਜਾਸੀ ਇੱਥੇ ਉੱਥੇ ਹੁੰਦਾ ਹੈ। ਜੋ ਭੋਗਤ ਪਰ ਨਾਰ, ਜੋ ਭੋਗਤਾ ਹੈ ਪਰਾਈ ਨਾਰ ਕੇ ਇਸਤਰੀ, ਬੇਗਾਨੀ ਇਸਤਰੀ, ਪਰਾਈ ਇਸਤਰੀ ਦਾ ਬਿਸਤਰਗਾਮੀ ਜੋ ਹੁੰਦਾ ਹੈ। ਦੋਹਰਾ ਨਿਜ ਯੁਵਤੀ ਕੇ ਹੋਤ ਹੀ, ਦੂਸਰੀ ਇਸਤਰੀ ਦਾ ਸੰਗ ਕਰਨ ਵਾਲਾ ਕਾਂ ਵਰਗਾ ਹੈ, ਗੰਦਗੀ ਖਾਣ ਵਾਲਾ। ਇਸ ਤਰ੍ਹਾਂ ਇਸ ਦੋਹਰੇ ਵਿੱਚ ਦੱਸਣਗੇ। ਨਿਜ ਯੁਵਤੀ ਕੇ ਹੋਤ ਹੀ, ਯੁਵਤੀ ਨਾਮ ਇਸਤਰੀ ਦਾ, ਘਰ ਵਾਲੀ ਦਾ। ਆਪਣੀ ਘਰ ਵਾਲੀ ਇਸਤਰੀ ਦੇ ਹੋਤ ਕਹੀਏ ਹੁੰਦਿਆਂ ਹੋਇਆਂ ਵੀ, ਹਾਂਜੀ ਹੋਤ ਹੀ ਕੀ ਹੁੰਦਿਆਂ ਹੋਇਆਂ ਵੀ, ਸਾਠ ਲਵਟ ਹੈ ਪਰ ਨਾਰ, ਪਰ ਜਿਹੜਾ ਮੂਰਖ ਬੇਗਾਨੀ ਪਰਾਈ ਇਸਤਰੀ ਦੇ ਨਾਲ ਲਪਟ ਹੈ, ਲੰਪਟ ਹੁੰਦਾ ਹੈ, ਚਿੰਬੜਦਾ ਹੈ, ਹਾਂਜੀ ਨਾਲ ਮਿਲਦਾ ਹੈ। ਤੇ ਉਸ ਉੱਤੇ ਕਾਂ ਦਾ ਦ੍ਰਿਸ਼ਟਾਂਤ ਦਿੰਦੇ ਬੜਾ ਸੋਹਣਾ। ਭਰੇ ਤਾਲ ਸਭ ਠੌਰ ਪਰ, ਕਹਿੰਦੇ ਜਿਵੇਂ ਸਾਰੀਆਂ ਥਾਵਾਂ 'ਤੇ ਪਾਣੀ ਦੇ ਤਲਾਅ ਭਰੇ ਹੋਏ ਹੋਣ। ਭਰੇ ਤਾਲ ਸਭ ਠੌਰ ਪਰ, ਵੀ ਸਭ ਠੌਰ ਕੇ ਠੌਰ ਥਾਵਾਂ ਦੇ ਪਰ ਕਹੀਏ ਉੱਪਰ ਤਾਲ ਤਲਾਅ ਸਰੋਵਰ ਭਰੇ ਹੋਏ ਹੋਣ, ਜਾਂ ਸਭ ਠੌਰ ਪਰ। ਭਰੇ ਤਾਲ ਸਭ ਠੌਰ, ਵੀ ਸਾਰੇ ਥਾਂ ਠੌਰ ਕਹੀਏ ਸਾਰੇ ਥਾਵਾਂ ਦੇ ਤਾਲ ਸਰੋਵਰ ਭਰੇ ਹੋਏ, ਪਰ ਕਹੀਏ ਫਿਰ ਵੀ ਕਾਕ ਅਚੈ ਘਟ ਵਾਰ, ਉਹਨਾਂ ਦੇ ਬਾਵਜੂਦ ਭਰਿਆ ਹੋਇਆਂ ਕਾਕ ਕਹੀ ਜਿਹੜਾ ਕਾਂ ਆ, ਉਹ ਘਟ ਕਹੀਏ ਘੜੇ ਦਾ ਜਿਹੜਾ ਵਾਰ ਪਾਣੀ ਅਚੇ ਕਹੀਏ ਪੀਂਦਾ ਹੈ। ਉਹਦੀ ਤਾਂ ਉਹ ਗੱਲ ਹੈ, ਇਹੋ ਜਿਹੀ ਉਹਦੀ ਹਾਲਤ ਹੈ। ਭਰੇ ਤਾਲ ਸਭ ਠੌਰ, ਵੀ ਸਾਰੀਆਂ ਥਾਵਾਂ ਦੇ ਪਰ ਕਈ ਉੱਪਰ ਤਾਲ ਭਰੇ ਹੋਏ ਹੈ। ਅਤੇ ਪਰ ਕਾਕ ਜਿਹੜਾ ਕਾਂ ਹੈ ਨਾ, ਪਰ ਦਾ ਅਰਥ ਦੂਜਾ ਹੀ ਲਾਉਣਾ, ਪਰ ਫਿਰ ਵੀ ਵੇਖੋ ਕਾਂ ਜਿਹੜਾ ਹੈ ਉਹ ਅਚੇ ਛਕਣਾ ਕਰਦਾ, ਘਟ ਕੇ ਘੜੇ ਦਾ ਵਾਰ ਕੇ ਜਾ। ਭਾਵ ਅਨੇਕਾਂ ਥਾਵਾਂ 'ਤੇ ਪਾਣੀ ਹੈ, ਪਰ ਕਾਂ ਉਹਨਾਂ ਥਾਵਾਂ ਤੋਂ ਪਾਣੀ ਨਹੀਂ ਪੀਂਦਾ ਜੋ ਕਿਸੇ ਨੇ ਸੁੱਚੇ ਪਾਣੀ ਨਾਲ ਘੜਾ ਭਰ ਕੇ ਰੱਖਿਆ ਹੁੰਦਾ ਹੈ। ਉਸ ਵਿੱਚ ਪਾਣੀ ਪੀ ਉਸ ਪਾਣੀ ਨੂੰ ਅਸ਼ੁੱਧ ਕਰ ਦਿੰਦਾ। ਤਿਵੇਂ ਤਲਾਅ ਦੀ ਨਿਆਈ ਘਰ ਵਿੱਚ ਬਹੁਤ ਸੁੰਦਰ ਵਿਆਹੁਤਾ ਇਸਤਰੀ ਹੈ। ਮੂਰਖ ਕਾਮੀ ਪੁਰਖ ਉਸ ਨੂੰ ਛੱਡ ਕੇ ਬਾਹਰ ਪਰਾਈ ਇਸਤਰੀ ਨਾਲ ਵਿਭਚਾਰ ਕਰਨ ਜਾਂਦਾ। ਜਿਵੇਂ ਕਾਂ ਦੂਸਰੇ ਦਾ ਘੜਾ ਪਵਿੱਤਰ ਕਰ ਦਿੰਦਾ, ਤਿਵੇਂ ਐਸਾ ਕਾਮੀ ਪੁਰਖ ਪਰ ਇਸਤਰੀ ਦਾ ਪਤੀ ਵਰਤਾ ਧਰਮ ਵੀ ਵਿਗਾੜ ਦਿੰਦਾ, ਪਰੰਤੂ ਉਸਦੇ ਆਪਣੇ ਸਾਰੇ ਸੁੱਖ ਨਾਸ ਹੋ ਜਾਂਦੇ। ਆਪਣੀ ਨਿਜ ਯੁਵਤੀ ਕੇ ਹੋਤ ਹੀ, ਆਪਣੀ ਵਿਆਹੁਤਾ ਆਪਣੀ ਘਰ ਵਾਲੀ ਦੀ ਇਸਤਰੀ ਦੇ ਹੋਤ ਗਈ ਹੁੰਦਿਆਂ ਹੋਇਆਂ ਵੀ, ਸਾਠ ਲਵਟ ਹੈ ਪਰ ਨਾਰ, ਜਿਹੜਾ
ਮੂਰਖਿਆ ਨਾ ਉਹ ਪਰਾਈ ਇਸਤਰੀ ਨਾਲ ਲੰਪਟ ਹੁੰਦਾ, ਚਿੰਬੜਦਾ ਲਪਟਦਾ ਵਿਸ਼ ਭੋਗਣ ਜਾਂਦਾ। ਐਸਾ ਮਨੁੱਖ ਕਹਿੰਦੇ ਕਾਂ ਦੇ ਸੁਭਾਅ ਵਾਲਾ ਹੈ। ਜਿਵੇਂ ਭਰੇ ਹੋਏ ਸਤਾਲ ਸਰੋਵਰਾਂ ਨੂੰ ਛੱਡ ਕੇ ਸਭ ਥਾਵਾਂ ਨੂੰ ਅਤੇ ਪਰ ਫਿਰ ਵੀ ਉਹ ਕਾਂ ਜਿਹੜਾ ਘੜੇ ਦਾ ਜਲ ਹੀ ਪੀਣਾ ਕਰਦਾ। ਇਵੇਂ ਮਨ ਜਿਵੇਂ ਉਹ ਕਾਂ ਦੀ ਚੁੰਝ ਗੰਦੀ ਹੁੰਦੀ ਹੈ, ਗੰਦ ਵਾਲੀ ਪਾਣੀ ਦਾ ਵੀ ਸਤਿਆਨਾਸ਼ ਕਰ ਦਿੰਦਾ। ਇਸੇ ਤਰ੍ਹਾਂ ਕਾਮੀ ਪੁਰਖ ਆਪਦੇ ਗੰਦਗੀ ਦਾ ਕੀੜਾ ਹੈ, ਰਾਇਆਂ ਦੇ ਵੀ ਉਹ ਪਤੀਵਰਤਾ ਧਰਮ ਭੰਗ ਕਰਦਾ ਫਿਰਦਾ। ਅਤੇ ਮਾਨੋ ਕਾਂ ਕਰਦਾ ਫਿਰਦਾ ਕਾਂ ਦਾ ਮਾਰਿਆ। ਅਤੇ ਜਿਵੇਂ ਵੀ ਕਾਂ ਨੂੰ ਆਦਤ ਪਈ ਘੜੇ 'ਚ ਪਾਣੀ ਪੀਣ ਦੀ, ਇਸੇ ਤਰ੍ਹਾਂ ਇਹ ਜਿਹੜੀ ਆਪਣੀ ਘਰ ਵਾਲੀ ਹੈ ਉਹ ਤਾਂ ਮਾਨੋ ਤਲਾਅ ਦੀ ਨਹੀਂ, ਭਾਵ ਕੋਈ ਚਿੰਤਾ ਨਹੀਂ, ਖੁੱਲ੍ਹਾ ਹੈ ਤਲਾਅ ਦੇ, ਜਿਵੇਂ ਖੁੱਲ੍ਹੇ ਤਲਾਅ ਜਿੰਨਾ ਮਰਜ਼ੀ ਪਾਣੀ ਪੀਓ, ਕੋਈ ਡਰ ਨਹੀਂ ਭੈ ਨਹੀਂ। ਆਪਣੀ ਇਸਤਰੀ ਦੇ ਨਾਲ ਸੰਬੰਧ ਕਰਨ ਲਈ ਮਨੁੱਖ ਨੂੰ ਕੋਈ ਭੈ ਨਹੀਂ ਹੈ, ਪਰ ਘੜੇ 'ਚ ਕਿਸੇ ਦੇ ਭਰੇ ਹੋਏ ਪਾਣੀ 'ਚੋਂ ਕਾਂ ਨੂੰ ਪੀਣਾ, ਰੋੜੇ ਖਾਣੇ ਪੈਂਦੇ ਆ, ਭੱਜਣਾ ਹੀ ਪੈਂਦਾ। ਇਸੇ ਤਰ੍ਹਾਂ ਉਹ ਮੂਰਖ ਦੀ ਕਾਂ ਵਾਲੀ ਹਾਲਤ ਹੈ। ਜਾਣ ਕੇ ਤੰਗ ਹੋ ਕੇ ਵੇਸ਼ੇਗਾਮੀ ਹੋਣਾ ਅਤੇ ਆਪਣਾ ਨੁਕਸਾਨ ਕਰਾਉਣਾ, ਮੂੰਹ ਵੀ ਕਾਲਾ ਕਰਾਉਣਾ। ਸੋ ਇਹ ਪੰਡਤ ਹਰਦਿਆਲ ਜੀ ਤੋਂ ਵਰਜਿਤ ਕਰਦੇ ਹੋਏ ਕਹਿੰਦੇ ਵੀ ਇਹ ਨਹੀਂ ਕਰਨਾ ਚਾਹੀਦਾ। ਸਤਿਗੁਰੂ ਕਾ ਵੀ ਹੁਕਮ ਹੈ ਵਜਰੇ ਕਰੈ ਤੇ ਹੈ। ਬਾਕੀ ਪੜ੍ਹਨ ਸੁਣਨ ਵਾਲੇ ਗੁਣੀ ਜਾਂ ਸਿਆਣੇ। ਇਤੀ ਪਰ ਇਸਤਰੀ ਇੱਥੇ ਆਪਣੇ ਕੋਲੋਂ ਵਿਦਵਾਨ ਕਈ ਗ੍ਰੰਥਾਂ ਵਿੱਚ ਲਿਖ ਦਿੰਦੇ, ਉਹ ਹੈ ਕੋਈ ਨਹੀਂ, ਸਿੱਧੇ ਛੰਦ ਹੈ। ਇਹ ਜਿੰਨਾ ਤੇ ਮੈਂ ਆਰੰਭ ਕੀਤਾ ਵੀ ਇਹਦਾ ਵੀ ਅਰਥ ਪਰ ਨਾਰੀ ਨੇ ਛੇਦ ਵਾਰਨ ਵੀ ਸ਼ੁਰੂ ਕਰ ਲੈਂਗਿਆ ਕੋਈ ਵਰਣਨ ਕਰਾਂਗੇ। ਸਮਾਪਤੀ ਵੇਲੇ ਲਿਖ ਦਿੱਤਾ ਵੀ ਆ ਸਮਾਪਤੀ ਹੈ ਐਸੇ ਪ੍ਰਕਰਨ ਦੀ, ਉਹ ਥੋੜ੍ਹਾ ਦੱਸਣ ਵਾਸਤੇ ਵੀ ਇੱਥੋਂ ਤੱਕ ਇਹ ਛੰਦ ਆਏ ਆ ਇਸ ਸੰਬੰਧ ਵਿੱਚ, ਇਸ ਵਿਸ਼ੇ ਦੇ ਸੰਬੰਧ ਵਿੱਚ। ਤਾਂ ਕਰਕੇ ਇਤੀ ਪਰ ਇਸਤਰੀ, ਇਤੀ ਕਹੀਏ ਇੱਥੇ ਜਿਹੜਾ ਪਰ ਇਸਤਰੀ ਗਮਨ ਕਰਨਾ, ਵਿਸ਼ੇ ਭੋਗੀ ਹੋਣਾ, ਇਤੀ ਕਹੀਏ ਉਸ ਦਾ ਪ੍ਰਕਰਨ, ਇਤੀ ਕਹੀਏ ਸਮਾਪਤ ਹੁੰਦਾ। ਦੋਹਰਾ ਮ੍ਰਿਗ ਚੱਖ ਸੰਤਨ ਵਿਹਤ ਬ੍ਰਿਤ। ਮ੍ਰਿਗ ਕਹੀਏ ਹਿਰਨ, ਚੱਖ ਕਹੀਏ ਮੱਛੀ ਅਤੇ ਜਾਂ ਮੱਛ, ਅਤੇ ਸੰਤਨ ਕਹੀਏ ਸੰਤਨ ਜਿਹੜੇ ਸੰਤ ਮਹਾਤਮਾ ਸ਼ਾਂਤ ਚਿੱਤ ਵਾਲੇ। ਹਾਂਜੀ, ਅਤੇ ਜਿਨ੍ਹਾਂ ਸੰਤਾਂ ਜਨਾਂ ਦੀ ਜਿਹੜੀ ਬ੍ਰਿਤ ਕਹੀਏ ਉਪਜੀਵਕਾ, ਵਿਹਤ ਕਹੀਏ ਵੇਦ ਵਿਧੀ ਅਨੁਸਾਰ ਮਰਿਆਦਾ ਵਾਲੀ। ਵੇਦ ਕੰਮ ਇੱਕ ਵੇਦ ਕਰਮ ਹੁੰਦੇ, ਇੱਕ ਜਿਹੜੇ ਆ ਨਿਖੇਧ ਕਰਮ ਹੁੰਦੇ। ਹਾਂਜੀ, ਵੇਦ ਹੁੰਦਾ ਜਿਹੜੇ ਸ਼ਾਸਤਰ ਅਨੁਸਾਰ ਆ, ਵੇਦ ਅਨੁਸਾਰ ਆ, ਅਤੇ ਜਿਹੜੇ ਨਿਖੇਧ ਹੁੰਦਾ ਜਿਹੜੇ ਸ਼ਾਸਤਰਾਂ ਤੋਂ ਨਿਖੇਧ ਕਰਮ ਆ, ਜਿਹੜੇ ਸ਼ਾਸਤਰਾਂ 'ਚ ਵਰਜੇ ਆ, ਜਿਨ੍ਹਾਂ ਕੰਮਾਂ ਦਾ ਵਰਜਾ ਉਹ ਕਰਨੇ, ਉਹਨੂੰ ਉਹਨੂੰ ਨਿਸ਼ੇਧ ਕਰਮ ਕਿਹਾ ਜਾਂਦਾ। ਮ੍ਰਿਗ ਚੱਖ ਸੰਤਨ ਵਿਹਤ ਬ੍ਰਿਤ। ਮ੍ਰਿਗ ਹਿਰਨ, ਚੱਖ ਮੱਛ ਜਾਂ ਮੱਛੀ, ਸੰਤਨ ਕਹੇ ਸੰਤ। ਇਹਨਾਂ ਦੀ ਜਿਹੜੀ ਬ੍ਰਿਤ ਉਪਜੀਵਕਾ ਉਹ ਵੇਦ ਵਿਧੀ ਅਨੁਸਾਰ ਆ, ਮਰਿਆਦਾ ਵਾਲੀ। ਤ੍ਰਿਣ ਸਿੰਬਲ ਸੰਤੋਖ। ਹਿਰਨ ਦੀ ਜਿਹੜੀ ਉਪਜੀਵਕਾ ਆ ਉਹ ਵੇਖੋ ਪਰਮੇਸ਼ਰ ਵੱਲੋਂ ਹੀ, ਅਤੇ ਉਹ ਘਾਹ ਘੂਹ ਖਾਂਦੇ, ਇਸ ਕਰਕੇ ਹਿਰਨ ਦੀ ਜਿਹੜੀ ਬ੍ਰਿਤ ਉਪਜੀਵਕਾ ਉਹ ਘਾਹ ਆ। ਹਾਂਜੀ, ਅਤੇ ਸਿੰਬਲ ਨਾਮ ਹੁੰਦਾ ਇੱਥੇ, ਸਿੰਬਲ ਨਾਮ ਇੱਕ ਬ੍ਰਿਸ਼ ਵੀ ਆ, ਸਿੰਬਲ ਇੱਥੇ ਨਾਮ ਜਾਲੇ ਦਾ। ਪਰ ਮੱਛੀ ਦੀ ਜਿਹੜੀ ਉਪਜੀਵਕਾ ਉਹ ਸਿੰਬਲ ਹੈਗੀ ਜਾਲਾ ਹੈ। ਇਹ ਵੀ ਵੇਦ ਵਿਧੀ ਅਨੁਸਾਰ ਹੀ ਆ, ਰੱਬ ਵੱਲੋਂ ਹੀ ਹੈ, ਕਰਤੱਵੀ ਪਰਮੇਸ਼ਰ ਵੱਲੋਂ ਹੀ ਹੈ। ਅਤੇ ਸੰਤਾਂ ਦੀ ਜਿਹੜੀ ਉਪਜੀਵਕਾ ਆ ਉਹ ਕੀ ਆ, ਸੰਤੋਖ, ਸਬਰ ਸੰਤੋਖ, ਭਾਵ ਤਿੰਨੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਨਾ ਦੇ ਹਿਰਨ ਕਿਸੇ ਨੂੰ ਦੁੱਖ ਦਿੰਦਾ ਹੈ, ਨਾ ਚੱਖ ਮੱਛੀ, ਨਾ ਸੰਤ।
हाँ जी, इन्हां दी जिहड़ी मतलब रेतो उपजीविका ना गुजर गुजारा वा छकन छकाउणा वो विहित कर्म है। भाव जो वेद विधि अनसार आ, वेद कहिए ਉਹ ਵਿਧੀ ਅਨੁਸਾਰ ਆ, ਪਰਮੇਸ਼ਰ ਵੱਲੋਂ ਹੀ ਮਤਲਬ ਜੋ ਜੋ ਉਹਨਾਂ ਦੀ ਖੁਰਾਕ ਬਣੀ ਉਹੀ ਖਾਂਦੇ। ਅਤੇ ਹਿਰਨ ਜਿਹੜੇ ਉਹ ਤ੍ਰਿਣ ਘਾਹ ਖਾਂਦੇ ਆ, ਕੱਖ ਖਾਂਦੇ ਆ ਹਰਿਆ ਹਰਿਆ। ਅਤੇ ਚੱਕ ਮੱਛ ਜਿਹੜੇ ਆ ਮੱਛੀਆਂ ਉਹ ਸਿੰਬਲ ਜਾਲਾ ਖਾਂਦੀਆਂ ਰੱਬ ਵੱਲੋਂ ਹੀ। ਅਤੇ ਸੰਤਨ ਜਿਹੜੇ ਆ ਉਹਨਾਂ ਦਾ ਸੰਤੋਖ ਆਉਣਾ ਪਰਮੇਸ਼ਰ ਵੱਲੋਂ। ਲੁਬਧਕ ਝੀਵਰ ਦੁਸ਼ਟ ਜਨ ਪਰ ਵੇਖੋ ਲੁਬਧਕ 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 ਕਹੀਏ ਸ਼ਿਕਾਰੀ। ਸ਼ਿਕਾਰੀ ਵੇਖੋ ਹਿਰਨਾਂ ਦਾ ਸ਼ਿਕਾਰ ਕਰ ਦਿੰਦੇ। ਹਾਂਜੀ, ਅਤੇ ਝੀਵਰ ਝੀਵਰ ਕਹੀਏ ਜਿਹੜੇ ਮੱਛੀਆਂ ਫੜਨ ਵਾਲੇ ਮਾਹੀਗੀਰ ਅਤੇ ਮਾਛੀ ਝੀਵਰ ਝੀਵਰ ਮਹਿਰੇ ਨੂੰ ਵੀ ਕਹਿੰਦੇ ਆ ਜਿਹੜੇ ਮਸਕਾਂ ਵਿੱਚ ਪਾਣੀ ਢੋਂਦੇ। ਅਤੇ ਝੀਵਰ ਜਿਹੜੇ ਆ ਮਾਛੀ ਲੋਕ ਉਹ ਮੱਛੀਆਂ ਨੂੰ ਫੜ ਫੜ ਕੇ ਮਾਰਦੇ ਬਿਨਾਂ ਵਜ੍ਹਾ। ਦੁਸ਼ਟ ਜਨ ਜਿਹੜੇ ਦੁਸ਼ਟ ਜਨ ਆ ਖੋਟੇ ਮਨੁੱਖ ਆ ਉਹ ਸੰਤ ਜਨਾਂ ਨੂੰ ਦੁੱਖ ਦੇਈ ਜਾਂਦੇ। ਇਉਂ ਕਰ ਹੈ ਅਕਾਰਨ ਦੁੱਖ। ਇਵੇਂ ਤਿੰਨੇ ਜਿਹੜੇ ਆ ਨਾ ਅਕਾਰਨ ਕਹੀਏ ਕਾਰਨ ਆ ਕਹੀਏ ਰਹਿਤ, ਕਾਰਨ ਤੋਂ ਰਹਿਤ ਭਾਵ ਬਿਨਾਂ ਕਾਰਨ ਤੋਂ ਹੀ ਦੁੱਖ ਕਹੀਏ ਕਸ਼ਟ ਜਿਹੜਾ ਦੇਣਾ ਕਰ ਹੈ ਕਹੀਏ ਕਰਦੇ। ਲੁਬਧਕ ਕਹੀਏ ਵੀ ਇੱਥੇ ਇੰਨਾ ਹੀ ਆ ਅਰਥ ਵਾਸਤੇ ਦਾ ਇੱਦਾਂ ਕਰਨਾ ਵਾ ਵੀ ਵੇਖੋ ਲੁਬਧਕ ਨਾਮ ਕੀ ਆ ਸ਼ਿਕਾਰੀ। ਅਤੇ ਝੀਵਰ ਕਹੀਏ ਜਿਹੜਾ ਮੱਛੀਆਂ ਫੜਨ ਵਾਲਾ ਹੈ ਮਾਛੀ ਮਾਹੀਗੀਰ। ਅਤੇ ਦੁਸ਼ਟ ਜਨ ਜਿਹੜੇ ਦੁਸ਼ਟ ਲੋਕ ਆ ਕਰ ਹੈ ਅਕਾਰਨ ਦੁੱਖ ਬਿਨਾਂ ਕਾਰਨ ਤੋਂ ਹੀ ਜਿਹੜਾ ਦੁੱਖ ਹੈ ਨਾ ਕਸ਼ਟ ਆ ਉਹ ਦੇਣਾ ਕਰਦੇ। ਕਿਹਨਾਂ ਨੂੰ? ਲੁਬਧਕ ਜਿਹੜਾ ਹੈ ਸ਼ਿਕਾਰੀ ਆ ਉਹ ਹਿਰਨ ਨੂੰ ਦੁੱਖ ਦਿੰਦਾ ਬਿਨਾਂ ਕਾਰਨ ਤੋਂ। ਹਿਰਨ ਤੇ ਕੋਈ ਨਹੀਂ ਵਿਗਾੜਿਆ ਸ਼ਿਕਾਰੀ ਦਾ। ਅਤੇ ਜਿਹੜਾ ਝੀਵਰ ਆ ਮੱਛੀਆਂ ਫੜਨ ਵਾਲਾ ਮਾਹੀਗੀਰ ਮਾਛੀ ਜਿਹੜਾ ਉਹ ਵੇਖੋ ਝੱਕ ਮੱਛੀਆਂ ਨੂੰ ਬਿਨਾਂ ਕਾਰਨ ਦੁੱਖ ਦਿੰਦਾ। ਕੁੰਡੀ ਲਾ ਕੇ ਕਿੰਨੀ ਔਖੀ ਗਡੋਆ ਫਸਾ ਕੇ ਅਤੇ ਉਸ ਨੂੰ ਫਸਾ ਕੇ ਉਹਦੇ ਗਲ ਵਿੱਚ ਕੁੰਡੀ ਖਵੋ ਦਿੰਦਾ ਬਿਨਾਂ ਕਾਰਨ ਹੀ ਮਾਛੀ ਨੂੰ ਦੁੱਖ ਦਿੰਦਾ। ਵੇਖੋ ਇਸੇ ਤਰ੍ਹਾਂ ਦੁਸ਼ਟ ਜਨ ਜਿਹੜੇ ਆ ਹਾਂਜੀ ਅਤੇ ਉਹ ਬਿਨਾਂ ਗੱਲ ਤੋਂ ਹੀ ਕੋਈ ਨਾ ਲੈਣਾ ਦੇਣਾ ਅਤੇ ਸੰਤਾਂ ਮਹਾਤਮਾ ਨੂੰ ਦੁੱਖ ਦਿੰਦੇ ਬਿਨਾਂ ਕਾਰਨ। ਹਾਂਜੀ, ਅਤੇ ਇਹ ਤਿੰਨਾਂ ਦੇ ਨਾਂ ਆ ਉੱਪਰ ਦੋਹਰੇ ਦਾ ਪੂਰਾ ਪੂਰਾ ਮੇਲ ਕੀਤਾ ਸਿੱਧਾ ਸਿੱਧਾ। ਮਤਲਬ ਹਿਰਨ ਨੂੰ ਲੁਬਧਕ ਨਾਲ ਜੋੜ ਦਿਓ, ਝੱਕ ਮੱਛ ਨੂੰ ਝੀਵਰ ਨਾਲ ਜੋੜ ਦਿਓ ਅਤੇ ਸੰਤਾਂ ਨੂੰ ਜਿਹੜਾ ਦੁਸ਼ਟ ਜਨਾਂ ਨਾਲ ਜਿਹੜਾ ਤੁਸੀਂ ਜੋੜ ਲਓ ਦੋਹਰੇ ਵਿੱਚ। ਹਿਰਨ ਮੱਛੀ ਅਤੇ ਸੰਤ ਜਨ ਆਪਣੀ ਉਪਜੀਵਕਾ ਲਈ ਵੇਖੋ ਕਿਸੇ ਨੂੰ ਦੁੱਖ ਨਹੀਂ ਦਿੰਦੇ। ਪਰ ਪਰਮੇਸ਼ਰ ਵੱਲੋਂ ਇਹਦੀ ਉਹ ਰੋਜ਼ੀ ਬਣੀ ਹੋਈ ਕਿਸੇ ਨੂੰ ਦੁੱਖ ਨਹੀਂ ਦਿੰਦੇ। ਪਰ ਫਿਰ ਵੀ ਦੇਖੋ ਇਹਨਾਂ ਦਾ ਕੀ ਹਾਲ ਹੁੰਦਾ ਹੈ ਕਿ ਜਦੋਂ ਇਹੋ ਜਿਹੇ ਨਿਰਦੋਸ਼ਾਂ ਦਾ ਇਹ ਹਾਲ ਹੈ ਅਤੇ ਫਿਰ ਜਿਹੜੇ ਕਿਸੇ ਪਸ਼ੂ ਜਾਨਵਰ ਦਾ ਗਲ ਵੱਢ ਕੇ ਮਾਸ ਖਾਂਦੇ ਉਹਨਾਂ ਦਾ ਕੀ ਹਾਲ ਹੋਊਗਾ? ਬਹੁਤ ਬੁਰਾ ਹਾਲ ਹੋਊਗਾ। ਮਤਲਬ ਵੇਖੋ ਇਹ ਤਿੰਨ ਜਾਣੇ ਹਿਰਨ ਮੱਛੀ ਸੰਤ ਕਿਸੇ ਨੂੰ ਦੁੱਖ ਨਹੀਂ ਦਿੰਦੇ। ਫਿਰ ਵੀ ਜਿਹੜੇ ਲੋਕ ਆ ਇਹ ਸ਼ਿਕਾਰੀ ਹੋਏ ਝੀਵਰ ਹੋਏ ਦੁਸ਼ਟ ਜਨ ਇਹ ਦੁੱਖ ਦਿੰਦੇ। ਇੱਕ ਹੋਰ ਵਿਚਲੀ ਗੱਲ ਹੈ ਵੇਖੋ ਮੱਛੀ ਵੀ ਇੱਕ ਪਰਮੇਸ਼ਰ ਦਾ ਜੰਤ ਆ ਅਤੇ ਹਿਰਨ ਵੀ ਵੱਖਰਾ ਜੰਤ ਆ। ਸੰਤ ਤਾਂ ਚਲੋ ਇੱਕ ਮਨੁੱਖ ਆ ਅਤੇ ਦੁਸ਼ਟ ਜਨ ਵੀ ਇੱਕ ਮਨੁੱਖ ਹੈ ਕੈਟੇਗਰੀ ਦੇ, ਠੀਕ ਹੈ। ਪਰ ਇਹ ਜਿਹੜਾ ਬੰਦਾ ਨਾ ਵੇਖੋ ਇੱਕ ਪਾਸੇ ਸੰਤ ਆ ਦੂਜੇ ਪਾਸੇ ਦੁਸ਼ਟ ਜਨ ਆ ਅਤੇ ਇੱਕ ਝੀਵਰ ਆ ਮਨੁੱਖੀ ਆ ਵੀ ਝੀਵਰ ਵੀ ਅਤੇ ਲੁਬਧਕ ਸ਼ਿਕਾਰੀ ਵੀ ਮਨੁੱਖੀ ਆ। ਪਰ ਇਹ ਕਿੱਧਰ ਕਿੱਧਰ ਜਾ ਕੇ ਪੰਗੇ ਲੈਂਦਾ ਵੇਖੋ ਜਾਨਵਰਾਂ ਨੂੰ ਟਿਕਣ ਵੀ ਨਹੀਂ ਦਿੰਦਾ। ਚਲੋ ਮਨੁੱਖ ਦਾ ਮਨੁੱਖ ਨਾਲ ਤਾਂ ਹੋ ਸਕਦਾ ਵੀ ਵੈਰ ਕਰੇ ਪਰ ਇਹਦੀ ਹਾਲਤ ਵੇਖੋ ਮੱਛਾਂ ਨੂੰ ਬਿਨਾਂ ਗੱਲ ਤੋਂ ਦੁੱਖ, ਮੱਛੀਆਂ ਨੂੰ ਡੰਗਰਾਂ ਨੂੰ ਕਿਸੇ ਨੂੰ ਨਹੀਂ ਛੱਡਦਾ। ਸਭ ਤੋਂ ਜ਼ਿਆਦਾ ਖਿਲਾਰਾ ਜਿਹੜਾ ਮਨੁੱਖ ਦਾ ਹੀ 83 ਲੱਖ 'ਚ ਜੂਨ ਉੱਤੋਂ ਮੰਨੀ ਹੈ ਮਨੁੱਖ ਜਾਤੀ। ਪਰ ਜਿੰਨਾ ਪਸਾਰਾ ਸਾਰਾ ਮਨੁੱਖ ਦਾ ਹੀ। ਜਿੰਨੇ ਸ਼ਹਿਰ ਬਣੇ
ਗੱਡੀਆਂ ਕਾਰਾਂ ਮੋਟਰਾਂ ਸੜਕਾਂ ਜੋ ਵੀ ਪਸਾਰਾ ਤੁਸੀਂ ਆਲੇ ਦੁਆਲੇ ਵੇਖ ਲਓ, ਮਸ਼ੀਨਾਂ ਟਰੇਨਾਂ ਜਹਾਜ਼ ਸਾਰੀਆਂ ਬੰਦੇ ਵਾਸਤੇ। ਇੰਨਾ ਇਸ ਮਨੁੱਖ ਦਾ ਖਿਲਾਰਾ, ਇੰਨਾ ਕੁਝ ਨਹੀਂ ਚਾਹੀਦਾ ਇੱਕ ਬੰਦੇ ਦੇ ਇੰਨੇ ਪਸਾਰੇ ਆ। ਜਿੱਥੇ ਮਰਜ਼ੀ ਦੇਸ਼ਾਂ ਵਿਦੇਸ਼ਾਂ ਚਲੇ ਜਾਓ, ਕਿਹੜੇ ਕਿਹੜੇ ਬਿਲਡਿੰਗਾਂ ਬਣੀਆਂ, ਸ਼ਹਿਰ ਬਣੇ, ਨਗਰ ਬਣੇ, ਸੌਣ ਲਈ ਮੰਜੇ ਬਣੇ ਆ, ਚੱਲਣ ਲਈ ਸਾਧਨ ਬਣੇ ਆ, ਖਾਣ ਪੀਣ ਲਈ ਫਲ ਫਰੂਟ ਕਿੰਨਾ ਕੁਝ ਬਣਿਆ, ਸਾਰਾ ਬੰਦੇ ਦਾ ਹੀ ਇਹ ਪਸਾਰਾ। ਅਤੇ ਸਾਰੇ ਪਾਸੇ ਦੁੱਖ ਦਿੰਦਾ ਫਿਰਦਾ ਹੈ, ਜਾਨਵਰਾਂ ਨੂੰ ਵੀ ਅਤੇ ਸੰਤਾਂ ਮਹਾਤਮਾ ਨੂੰ। ਉਹ ਪੰਡਤ ਹਰਦਿਆਲ ਜੀ ਨੇ ਬੜੇ ਚੋਣਵੇਂ ਦ੍ਰਿਸ਼ਟਾਂਤ ਦਿੱਤੇ ਆ ਵੀ ਦੇਖੋ ਤਿੰਨੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਪਰ ਬਿਨਾਂ ਕਾਰਨ ਤੋਂ ਜਿਹੜਾ ਸ਼ਿਕਾਰੀ ਹੈ ਅਤੇ ਝੀਵਰ ਹੈ, ਦੁਸ਼ਟ ਜਨ ਆ, ਇਹ ਤਿੰਨਾਂ ਇਹਨੂੰ ਬਿਨਾਂ ਗੱਲ ਤੋਂ ਦੁੱਖ ਦੇਈ ਜਾਂਦੇ। ਅਤੇ ਕਹਿਣ ਤੋਂ ਵੀ ਮਤਲਬ ਇਹ ਵੀ ਨਿਕਲਦਾ ਵੀ ਵੇਖੋ ਕਿਸੇ ਨੂੰ ਦੁੱਖ ਨਹੀਂ ਦਿੰਦੇ, ਤਾਂ ਵੀ ਉਹਨਾਂ ਸੰਤਾਂ ਮਹਾਤਮਾ ਨਾਲ ਉਹ ਝੱਖ ਮੱਛੀ ਦੇ ਨਾਲ ਹਿਰਨ ਨਾਲ ਕੀ ਬਣ ਡਿਆ। ਹਾਂਜੀ, ਅਤੇ ਜਿਹੜੇ ਲੋਕ ਮਾੜਾ ਕਰਦੇ ਆ, ਉਲਟਾ ਕਰਦੇ, ਫਿਰ ਉਹਨਾਂ ਦਾ ਹਾਲ ਕੀ ਹੋਊ, ਮਤਲਬ ਇਹਨਾਂ ਦਾ ਆਪਣਾ ਹਾਲ ਵੀ ਕੀ ਹੋਊ। ਅਤੇ ਜਦੋਂ ਭਲਿਆਂ ਨੂੰ ਕੋਈ ਥਾਂ ਨਹੀਂ, ਅਤੇ ਫਿਰ ਜਿਹੜੇ ਔਗਣ ਕਾਂਡੇ ਉਹਨਾਂ ਦਾ ਕੀ ਹਾਲ ਹੋਊ। ਫਿਰ ਜਿਹੜੇ ਲੁਬਧਕ ਸ਼ਿਕਾਰੀ ਵੱਢ ਵੱਢ ਖਾਣ ਡੇ ਹਿਰਨਾਂ ਨੂੰ, ਅਤੇ ਦੁਸ਼ਟ ਜਨ ਸੰਤਾਂ ਨੂੰ ਦੁੱਖ ਦੇਣ ਰੂਪੀ ਵੱਢ ਵੱਢ ਖਾਣ ਡੇ ਆ। ਅਤੇ ਜਿਹੜੇ ਝੀਵਰ ਲੋਕ ਮੱਛੀਆਂ ਵੱਢ ਵੱਢ ਖਾਣ ਡੇ, ਤਲ ਤਲ ਕੇ, ਕੰਡੇ ਕੱਢ ਕੱਢ ਕੇ, ਇਹਨਾਂ ਲੋਕਾਂ ਦਾ ਕੀ ਹਾਲ ਹੋਊ, ਬਹੁਤ ਬੁਰਾ ਹਾਲ ਹੋਊਗਾ। ਮਾਸ ਖਾਣ ਗਲ ਵੱਢ ਕੇ ਹਾਲ ਤੇ ਨਾੜਾ ਕੌਣ ਹੋ ਸੀ। ਭਾਈ ਗੁਰਦਾਸ ਜੀ ਵੀ ਲਿਖਦੇ ਆ, ਮਾਸ ਖਾਣ ਗਲ ਵੱਢ ਕੇ, ਉਹ ਭਾਵੇਂ ਝਟਕੇ ਨਾ ਸਮਝ ਲਓ ਤੁਸੀਂ, ਉਹ ਵੀ ਗਲ ਹੀ ਵੱਢ ਕੇ ਖਾਈਦਾ। ਜਿਹੜੇ ਅਸੀਂ ਕਿੰਨੇ ਯਾਦ ਕਰਦਾ, ਉਹ ਕੱਢ ਕੇ ਗੁੱਸਾ ਕਰ ਲੈਂਦੇ ਕਈ ਤੇ ਜਾਂਦੇ ਵੀ ਅਸੀਂ ਤਾਂ ਇੱਦਾਂ ਹੋਈਏ ਉੱਦਾਂ, ਅਤੇ ਉਧਾਰ ਕਰਦੇ ਹਾਂ। ਚਲੋ ਰਹੋ ਵਿਚਾਰ, ਗੁਰੂ ਮਹਾਰਾਜ ਸਾਡਾ ਆਪਣਾ ਉਧਾਰ ਕਰ ਦੇਣ, ਕਿਸੇ ਦਾ ਤਾਂ ਅਸੀਂ ਕੀ ਕਰਨਾ। ਮਾਸ ਖਾਣ ਗਲ ਛੁਰੀ ਦੇ ਹਾਲ ਤੇ ਨਾੜਾਂ ਕੌਣ ਓਲੋਆ। ਭਾਈ ਗੁਰਦਾਸ ਜੀ ਲਿਖਦੇ ਵੀ ਵਾਰ 37ਵੀਂ ਅਤੇ ਪੌੜੀ 21ਵੀਂ। ਅਤੇ ਉੱਪਰ ਜਿਹੜਾ ਦੂਸਰਾ ਭਜਨ, ਮਾਸ ਖਾਣ ਗਲ ਵੱਢ ਕੇ ਹਾਲ ਤੇ ਨਾੜਾਂ ਕੌਣ ਹੋ ਸੀ, ਇਹ ਵੀ ਭਾਈ ਗੁਰਦਾਸ ਜੀ ਦੀ ਵਾਰ 5ਵੀਂ ਅਤੇ ਪੌੜੀ 17ਵੀਂ। ਇਹ 7 ਵਿਸ਼ੇ ਜਿਹੜੇ ਆਪਾਂ ਵਿਚਾਰੇ, ਇਹਨਾਂ 7 ਵਿਸ਼ਿਆਂ ਦਾ ਜਿਹੜਾ ਖੋਟਾ ਫਲ ਹੈ ਉਹ ਦੱਸਦੇ ਅਗਲੇ ਛਪੇ ਛੰਦ 'ਚ। ਅਤੇ ਛਪੇ ਛੰਦ ਜਿਹੜਾ ਥੋੜ੍ਹਾ ਵਿਸਥਾਰ ਸਹਿਤ ਹੈ, ਭਾਵੇਂ ਕਿ 5-6 ਤੁਕਾਂ ਹੀ ਹੈ। ਛਪੇ ਦਾ ਅਰਥ ਉੱਦਾਂ ਇਹੀ ਹੁੰਦਾ ਵੀ ਜਿਹਦੇ ਵਿੱਚ 6 ਤੁਕਾਂ ਆਉਣ, ਉਹ ਛਪੇ ਛੰਦ ਹੀ ਹੁੰਦਾ। ਇਹ ਤੁਸੀਂ ਕਿਤੇ ਵੀ ਵੇਖ ਸਕਦੇ ਜੇ 2-6 ਛੰਦ ਵਿੱਚ ਜਿਹਦੇ 6 ਤੁਕਾਂ ਆ ਜਾਣ ਨਾ, ਇਹ ਛਪੇ ਛੰਦ ਹੀ ਹੈ। ਹੋਰ ਵੀ ਇਹਦੇ ਵਿਚਾਰ ਆ, ਮਤਲਬ ਸਿੱਧਾ ਸੌਖਾ ਸਮਝਣਾ ਹੋਵੇ, ਜਿੱਥੇ ਛਪੇ ਛੰਦ ਆ ਗਿਆ ਅਤੇ 6 ਤੁਕਾਂ ਹੁੰਦੀਆਂ ਅਤੇ ਪੌੜੀ ਪੂਰੀ ਹੋ ਜਾਂਦੀ। ਅਤੇ ਵੇਖੋ ਉਹ ਜਿਹੜਾ ਛਪੇ ਛੰਦ ਆ ਉਹਦਾ ਬੜਾ ਵਿਸਥਾਰ ਆ, ਹੈ ਭਾਵੇਂ ਇੱਕ ਤੁਕ ਹੀ, ਇਹਦੇ ਵਿੱਚ ਪੰਡਤ ਹਰਦਿਆਲ ਜੀ ਨੇ ਇੱਕ ਛੋਟੀ ਛੋਟੀ ਗੱਲ ਲਿਖੀ ਹੈ ਕਿ ਕਿਹਨੇ ਵੇਖੋ ਕੀ ਕੀਤਾ ਅਤੇ ਉਹਨਾਂ ਦਾ ਫਲ ਕੀ ਲਿਆ, ਕਿਹੜਾ ਵਿਸ਼ਾ ਕਿਹਨੂੰ ਲੱਗਾ ਸੀ, ਉਹਨੇ ਦਾ ਫਲ ਕੀ ਲਿਆ। ਪਰ ਉਹਦਾ ਵਿਸਥਾਰ ਬਹੁਤ ਆ, ਆਪਾਂ ਵਿਸਥਾਰ ਨਾਲ ਹੀ ਉਹਦੀ ਵਿਚਾਰ ਕਰਾਂਗੇ, ਤਾਂ ਜੋ ਮਤਲਬ ਸਾਖੀ ਬੋਲੀ ਜਾਵੇ ਥੋੜ੍ਹੀ ਬਹੁਤ, ਉਹਦੇ ਨਾਲ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਰਾਜਾ ਸੀ, ਕਿਹਨੇ ਕੀ ਕੀਤਾ, ਕਿਹਨੇ ਕੀ ਫਲ ਲਿਆ। ਜੇ ਆਪਾਂ ਤੁਕ ਮੁਤਾਬਕ ਸਿੱਧਾ ਦੱਸਾਂਗੇ ਤਾਂ ਫਿਰ ਕਈ ਵਿਦਿਆਰਥੀ ਜਿਹਨਾਂ ਨੂੰ ਸਮਝ ਨਹੀਂ ਪੈਂਦੀ, ਉਹ ਵਿਸਥਾਰ ਨਾਲ ਹੀ ਵਿਚਾਰ ਕਰਾਂਗੇ। ਹੁਣ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਮੁਰੇਗ ਝਾਖ ਸੰਤਨ ਵੇਤ ਵ੍ਰਿਤ ਤ੍ਰਿਣ ਸਿੰਬਲ ਸੰਤੋਖ ਲੁਬਧਕ ਝੀਵਰ ਦੁਸ਼ਟ ਜਨ ਕਰ ਹੈ ਅਕਾਰਨ ਦੋਖ। ਲੁਬਧ ਕਹਿ ਕੇ ਕੱਕਾ ਕਹਿ ਦੇਣਾ, ਲੁਬਧਕ ਇਹ ਪਾਠ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।